Good morning to all of you. Today we will discuss procedure for reducing share capital under section 66. ਸੋ ਜਦੋਂ ਕੰਪਨੀਆਂ ਜਿਹੜੀਆਂ ਨੇ ਆਪਣੀ ਸ਼ੇਅਰ ਕੈਪੀਟਲ ਨੂੰ ਰਿਡਿਊਸ ਕਰਨਾ ਚਾਹੁੰਦੀਆਂ ਨੇ ਤਾਂ ਉਹਦੇ ਵਾਸਤੇ ਵੀ ਪਾਰਟਿਕੂਲਰ ਰੂਲਸ ਬਣਾਏ ਹੋਏ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ ਐਜ਼ ਪਰ ਸਬ ਸੈਕਸ਼ਨ 1 ਐਂਡ 2 ਆਫ ਸੈਕਸ਼ਨ 469 ਤੇ ਗਵਰਨਮੈਂਟ ਨੇ ਉਹ ਰੂਲਸ ਜਿਹੜੇ ਬਣਾਏ ਨੇ ਉਹਦੇ ਮੁਤਾਬਿਕ ਹੀ ਕੰਪਨੀ ਨੂੰ ਰੂਲਸ ਫੋਲੋ ਕਰਦੇ ਹੋਏ ਜਿਹੜਾ ਆਪਣੀ ਸ਼ੇਅਰ ਕੈਪੀਟਲ ਰਿਡਕਸ਼ਨ ਦੀ ਪ੍ਰੋਸੀਜਰ ਨੂੰ ਪੂਰਾ ਕੀਤਾ ਜਾਏ ਸੋ let us discuss what are the rules. So first one is form of application or petition for reduction of share capital under section 66. So under this section, an application to the tribunal to confirm a reduction of share capital of a company shall be in form of RSC1. ਇਹ RSC1 ਫਾਰਮ ਦੇ ਤਹਿਤ ਜਿਹੜੀ ਐਪਲੀਕੇਸ਼ਨ ਸਬਮਿਟ ਕੀਤੀ ਜਾਏਗੀ ਟ੍ਰਿਬਿਊਨਲ ਕੋਲ ਤੇ ਉਹਦੇ ਨਾਲ ਜੋ ਵੀ ਬਣਦੀ ਫੀਸ ਹੈ ਉਹ ਨਾਲ ਪੇ ਕੀਤੀ ਜਾਏਗੀ ਸੈਕਿੰਡ ਹੈ an application to confirm reduction of share capital of a company shall be accompanied with some documents ਇਹਦੇ ਨਾਲ ਕੁਝ ਜਿਹੜੇ ਹੈ ਡਾਕੂਮੈਂਟਸ ਅਟੈਚ ਕੀਤੇ ਜਾਣੇ ਨੇ ਇਸ ਐਪਲੀਕੇਸ਼ਨ ਦੇ ਨਾਲ ਉਹ ਕਿਹੜੇ ਕਿਹੜੇ ਡਾਕੂਮੈਂਟ ਨੇ First one is the list of creditors duly certified by managing director. ਜਿਹੜਾ ਵੀ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਹੈ ਉਹਦੇ ਸਿਗਨੇਚਰ ਦੇ ਅੰਡਰ ਇੱਕ ਟੋਟਲ ਲਿਸਟ ਜਿਹੜੀ ਹੈ ਕ੍ਰੈਡੀਟਰਸ ਦੀ ਉਹ ਨਾਲ ਅਟੈਚ ਕੀਤੀ ਜਾਏਗੀ ਅਗਰ ਬਾਈ ਦਾ ਵੇ ਮੈਨੇਜਿੰਗ ਡਾਇਰੈਕਟਰ ਇਜ਼ ਨਾਟ ਅਵੇਲੇਬਲ ਹੋਰ ਜਿਹੜਾ ਵੀ ਸੀਨੀਅਰ ਮੋਸਟ ਆਫਿਸਰ ਹੈ ਜਾਂ ਜਿਹਦੀ ਵੀ ਡਿਊਟੀ ਲੱਗੀ ਹੋਈ ਹੈ ਤਾਂ ਉਹਦੇ ਅੰਡਰ ਸਿਗਨੇਚਰ ਹੀ ਜਿਹੜੀ ਹੈ ਲਿਸਟ ਜਾਏਗੀ ਤੇ ਇਹਦੇ ਵਿੱਚ ਪੂਰੀ ਕਲਾਸ ਵਾਈਜ਼ ਲਿਸਟ ਹੋਏਗੀ ਜਿਹਦੇ ਵਿੱਚ ਉਹਨਾਂ ਦੇ ਨਾਮ ਐਡਰੈਸ ਤੇ ਜੋ ਉਹਨਾਂ ਨੇ ਅਮਾਉਂਟ ਇਨਵੈਸਟ ਕੀਤੀ ਹੈ ਉਹ ਪੂਰਾ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਤੇ ਸੈਕਿੰਡ ਡਾਕੂਮੈਂਟ ਹੈ ਸਰਟੀਫਿਕੇਟ ਫਰੋਮ ਦਾ ਆਡੀਟਰ ਆਫ ਦਾ ਕੰਪਨੀ ਤੇ ਇਹ ਸਰਟੀਫਿਕੇਟ ਦੇ ਵਿੱਚ ਜਿਹੜਾ ਆਡੀਟਰ ਹੈ ਉਹ ਇਹ ਦੱਸੇਗਾ ਕਿ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਦੈਟ ਇਜ਼ ਕਰੈਕਟ ਐਜ਼ ਪਰ ਦਾ ਰਿਕਾਰਡ ਆਫ ਦਾ ਕੰਪਨੀ ਜੋ ਵੈਰੀਫਾਈ ਜਿਹੜਾ ਉਹ ਆਡੀਟਰ ਵੱਲੋਂ ਕੀਤਾ ਜਾਏਗਾ and next is a certificate by the auditor and declaration by a director of the company even that the company is not as on the date of filing of the application in area ਜਦੋਂ ਅਸੀਂ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਫਾਈਲ ਕਰਨ ਸਮੇਂ ਕਿਸੇ ਤਰ੍ਹਾਂ ਦਾ ਕੋਈ ਏਰੀਅਰ ਪੈਂਡਿੰਗ ਰੀਪੇਮੈਂਟ ਵਗੈਰਾ ਜਿਹੜੀਆਂ ਨੇ ਉਹ ਜਾਂ ਕਿਸ ਦਾ ਵਿਆਜ ਪੈਂਡਿੰਗ ਇੰਟਰਸਟ ਜਿਹੜਾ ਉਹ ਨਹੀਂ ਹੈ ਤੇ ਨੈਕਸਟ ਜਿਹੜਾ ਡਾਕੂਮੈਂਟ ਹੈ ਦੈਟ ਇਜ਼ ਅ ਸਰਟੀਫਿਕੇਟ ਬਾਈ ਦ ਕੰਪਨੀਜ਼ ਆਡੀਟਰ ਟੂ ਦ ਫੈਕਟ ਦੈਟ the accounting treatment proposed by the company for the reduction of share capital is in conformity with the accounting standards specified in section 133 or any other provision of act ਕਿ ਜਿਹੜੀ ਉਹ ਡਿਟੇਲ ਹੈ accounting ਦੀ ਜੋ treatment ਹੈ that is as per act next is copies of the list creditor shall be kept at registered office of the company and any person desirous of inspecting the same may at any time during the ordinary hours of business. Inspect and take extract from the same on payment of the sum of ₹50 for inspection and for taking extracts on payment of the sum of ₹10 per page to the company. And next is issue of notice and directions by National Company Law Tribunal. The tribunal shall within 15 days of submission of this application. ਜਦੋਂ application submit होगी within 15 days under rule of 2 give notice or direct notice to given to ਤੇ ਉਹ ਜਿਹੜੀ application ਆ ਗਈ ਉਸ ਤੋਂ ਬਾਅਦ ਉਹਦੇ ਤੇ ਜਦੋਂ ਵਰਕਿੰਗ ਸ਼ੁਰੂ ਹੁੰਦੀ ਹੈ ਟ੍ਰਿਬਿਊਨਲ ਦੀ ਤਾਂ ਉਹ ਪ੍ਰੋਸੀਜਰ ਕੀ ਹੁੰਦਾ ਪਹਿਲਾ ਫਸਟ ਵਨ ਕੀ ਹੈ ਇਸ ਸੰਬੰਧ ਦੇ ਵਿੱਚ ਨੋਟਿਸ ਜਾਂ ਜਿਹੜਾ ਲੈਟਰ ਹੈ ਉਹ ਭੇਜ ਦਿੱਤਾ ਜਾਂਦਾ ਹੈ ਇਹਨੂੰ ਟੂ ਸੈਂਟਰਲ ਗਵਰਨਮੈਂਟ ਰਜਿਸਟਰਾਰ ਆਫ ਕੰਪਨੀਜ਼ ਇਨ ਆਲ ਕੇਸਿਸ ਇਨ ਫਾਰਮ ਨੰਬਰ RSC2
RSC2 फॉर्म भर के जो सेंट्रल गौरमेंट के ROC जो रजिस्टर ऑफ कंपनीज है उन्होंने भेजा जाता है ते नाल ਹੋਰ ਕਿਹਨੂੰ ਭੇਜਿਆ ਜਾਂਦਾ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਨੂੰ ਇਨ ਕੇਸ ਆਫ ਲਿਸਟਡ ਕੰਪਨੀ ਫਾਰਮ ਨੰਬਰ RSC2 ਦੀ ਕੰਪਨੀ ਰਜਿਸਟਰਡ ਹੈ ਤਾਂ ਸੇਬੀ ਨੂੰ ਵੀ ਜਿਹੜਾ ਇਹ ਡਾਕੂਮੈਂਟਸ ਭੇਜਿਆ ਜਾਂਦਾ ਫਿਰ the creditors the company in all cases phone number RSC ਜਿਹੜੇ creditors ਨੇ ਕੰਪਨੀ ਦੇ ਉਹਨਾਂ ਨੂੰ ਵੀ RSC3 ਫਾਰਮ ਦੇ ਵਿੱਚ ਇਸ ਕੰਪਨੀ ਦੀ ਡਿਟੇਲ ਭੇਜੀ ਜਾਂਦੀ ਹੈ ਕਿ ਕੰਪਨੀ ਜਿਹੜੀ ਹੈ ਰਿਡਕਸ਼ਨ ਕਰਨ ਜਾ ਰਹੀ ਹੈ ਕੈਪੀਟਲ ਸ਼ੇਅਰ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਉਹ ਰਿਪਰੈਜ਼ੈਂਟੇਸ਼ਨ ਦਿਓ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਆਬਜੈਕਸ਼ਨ ਹੈ फिर the notice under clause 3 of sub rule 1 shall be sent within 7 days of the direction given under the sub rule of such other period as may be directed by the tribunal to each creditor whose name is entered in the list of creditors submitted by the company ਜਿਹੜੀ ਲਿਸਟ ਬਣਾ ਕੇ ਉਹਨਾਂ ਦੀ creditors ਦੀ ਭੇਜੀ ਗਈ about the presentation of the application and of the set list. It is stating the amount of the proposed reduction of share capital and the amount of estimated value or the debt or the contingent debt या claim or both for which such creditors name is entered in the said list and the time within which the creditor may send his representation and objection ਤੇ ਉਹਨਾਂ ਨੂੰ ਅਗਰ ਕਿਸੇ ਤਰ੍ਹਾਂ ਦੀ objection ਹੈ ਜਾਂ ਸਹਿਮਤੀ ਹੈ ਤਾਂ ਉਹ ਜੋ ਵੀ ਉਹਨਾਂ ਦੇ views ਨੇ ਉਹ ਆਪਣੇ ਭੇਜ ਦਿੰਦੇ ਨੇ next tribunal shall along with direction under section under sub rule 1 give directions for the notice to the published in form number RSC4 within 7 days from the date on which the directions are given. In a English language, in a leading English newspaper and in a leading vernacular language newspaper. Next is notice under sub rule 3 shall state the amount of the proposed reduction of share capital and the places where the aforesaid list of creditor may be inspected and the time as fixed by the tribunal within which creditors of the company may send their objection. ਜੇ ਕ੍ਰੈਡੀਟਰ ਵੱਲੋਂ objection ਭੇਜੀ ਜਾਂਦੀ ਹੈ ਉਹਦੀ ਕੀ ਵੈਰੀਫਿਕੇਸ਼ਨ ਹੈ ਜਾਂ ਉਹਦੀ ਇਨਕੁਆਇਰੀ ਹੈ ਚੈਕਿੰਗ ਹੈ ਜੋ ਵੀ ਹੈ ਉਹ ਸਾਰੀ ਜਿਹੜੀ ਉਹ ਕੀਤੀ ਜਾਂਦੀ ਹੈ ਫਿਰ the company or the person who was directed to issue notice and the publication in the newspaper under this rule shall as soon as may be but not later than 7 days from the date of issue of such notice file an affidavit in form number RSC 5 confirming the dispatch and publication of the notice मिल गया जी एडवर्टाइजमेंट करती अखबार में इन्फॉर्मेशन देती वो सारी डिटेल ਇਹਦੇ ਵਿੱਚ ਫਾਈਲ ਕਰ ਦਿੱਤੀ ਜਾਏਗੀ where the tribunal is satisfied that the debt or claim of every creditor has been discharged or determined or has been secured or his consent is obtained ਹੁਣ ਜਿਹੜਾ ਕ੍ਰੈਡੀਟਰ ਹੈ ਇਨਵੈਸਟਰ ਹੈ ਉਹਨੂੰ ਉਹਦੇ ਵੱਲੋਂ ਫੀਡਬੈਕ ਆ ਗਈ ਜੀ ਉਹਨੂੰ ਕੋਈ ਦਿੱਕਤ ਨਹੀਂ ਜਾਂ ਉਹਦੇ ਕੰਨੀ ਕੋਈ ਪੈਂਡਿੰਗ ਨਹੀਂ ਹੈ ਜਾਂ ਉਹਨੂੰ ਕੰਪਨੀ ਵੱਲੋਂ ਜੋ ਵੀ ਭਰੋਸਾ ਦਿੱਤਾ ਗਿਆ ਆਸ਼ਵਾਸਨ ਦਿੱਤਾ ਗਿਆ ਕਿ ਮਿਲ ਜਾਏਗਾ it may be dispensed with the requirement of giving of notice to creditors or publication of notice under this rule or both and then representation by central government registrar under section 2 of section 66 if the authorities or the creditors of the company referred to in clause 1 clause 2 and clause 3 of sub rule 1 of rule 3 desire to make any representation under subsection 2 of section 66 the same shall be sent to the tribunal within a period of 3 months from the date of receipt of notice ਜਦੋਂ ਵੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਜਾਂ ਨੋਟਿਸ ਮਿਲਿਆ and copy of such representation shall
simultaneously be sent to the company, and in case no representation has received, ਜੇ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ, ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ representation ਨਹੀਂ ਆਈ, ਤਾਂ within the set period of the tribunal it shall be presumed that they have no objection to the reduction। ਫਿਰ tribunal ਇਹ ਮੰਨ ਲੇਗਾ ਕਿ ਜਿਹੜੇ creditors ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। Next, procedure with regard to representation and objection। The company shall submit to the tribunal within 7 days of expiry of period up to which representation or objection was sought। तो period समा लंघ गया ਜਦੋਂ objections ਲਈਆਂ ਜਾਣੀਆਂ ਸੀ, ਤਾਂ ਜਿਹੜੀ ਕੰਪਨੀ ਹੈ shall submit to the tribunal and the representation or objections were received along with the response of the company। या ਉਹਨਾਂ ਵੱਲੋਂ ਜੋ ਵੀ ਆਈਆਂ ਅਗਰ objections columns वो भी नाल सबमिट किए जाते हैं। Then the tribunal may give such directions as it may think fit with respect to holding of any inquiry or adjudication or claim or for hearing the objection of the ਤਾਂ ਫਿਰ ਟ੍ਰਿਬਿਊਨਲ ਨੂੰ ਲਿਸਟ ਦੇਖ ਕੇ ਜਿਨ੍ਹਾਂ ਨੂੰ ਕੋਈ objection ਹੈ ਜਾਂ ਜੇ ਕੋਈ ਚੇਂਜ ਚਾਹੁੰਦੇ ਨੇ ਤਾਂ ਉਹਦੇ ਨਾਲ ਸੰਬੰਧਿਤ ਜਾਂ ਉਹਨਾਂ ਦਾ ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਿਸਕਨਸੈਪਸ਼ਨ ਜਾਂ ਕੋਈ ਕਨਫਿਊਜ਼ਨ ਹੈ, ਤਾਂ ਉਹਨਾਂ ਨੂੰ ਟਾਈਮ ਦਿੰਦਾ ਹੈ, ਉਹਨਾਂ ਦੀ ਹੀਅਰਿੰਗ ਕਰਦਾ ਹੈ ਤੇ ਜੋ objection ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਿਰ hearing at the hearing of the application the tribunal may if it thinks fit जो ना ठीक लगता है give such directions as may deem proper with reference to securing the debt or claim of creditors who do not consent to the proposed reduction, and the further hearing of the petition may be adjourned to enable the company to comply with such direction। hearing ਤੇ ਜੇ ਜਿਨ੍ਹਾਂ ਨੂੰ objection ਸੀ ਕੰਪਨੀ ਦੀ ਇਸ ਰਿਡਕਸ਼ਨ ਨੂੰ ਲੈ ਕੇ ਉਹਨਾਂ ਦੀ ਹੀਅਰਿੰਗ ਹੁੰਦੀ ਹੈ ਤੇ ਉਹਨਾਂ ਦੇ ਵਿਊਜ਼ ਨੂੰ ਲੈ ਕੇ ਗੱਲ ਕਲੀਅਰ ਕੀਤੀ ਜਾਂਦੀ ਹੈ ਦੋਨੋਂ ਪਾਸੇ ਤੋਂ। Next, order on application and minute thereof। Where the tribunal makes an order confirming a reduction, the order confirming the reduction and approving the minute may include such directions or terms and conditions as the tribunal deems fit। And after that, the order confirming the reduction of the share capital and approving the minute shall be in form number RS6 on such terms and conditions as may be deemed। ਉਹਨਾਂ ਜੋ ਵੀ ਲੱਗਦਾ ਵੀ ਅਗਰ ਕੁਝ ਪੈਂਡਿੰਗ ਹੈ ਨਹੀਂ ਹੈ ਤਾਂ ਉਹ ਫੈਸਲਾ ਜਿਹੜਾ ਟ੍ਰਿਬਿਊਨਲ ਵੱਲੋਂ ਲਿਆ ਜਾਂਦਾ ਹੈ। ਫਿਰ the certificate ਜਿਹੜਾ issued by the registrar under subsection 5 of section 66 shall be in form number RS7। ਤਾਂ ਉਹਨਾਂ ਨੂੰ ਇਸ ਸੰਬੰਧ ਦੇ ਵਿੱਚ ਰਜਿਸਟਰ ਦੇ ਵੱਲੋਂ ਇਹ ਸਰਟੀਫਿਕੇਟ ਜਿਹੜਾ ਉਹ ਇਸ਼ੂ ਕਰ ਦਿੱਤਾ ਜਾਂਦਾ ਹੈ ਕਿ ਨਾਓ they can reduce share capital। And now we will discuss further issue of capital। So what are the further issues of capital? In some situations a company would consider it economically viable to increase its subscribed capital after its incorporation। This is because such a further issue would substantially increase its financial reserve and incentive the shareholders of the company, thereby ensuring the healthy functioning of the company। Such a company which is desirous of increasing its subscribed capital by the further issue of shares is required to comply with the procedure laid down in section 62 of the Company Act 2013। A company, including private company, having a share capital can increase its subscribed capital by issue of further shares to persons who are holders of equity shares of the company in proportion to the paid up share capital on those shares by sending a letter of offer। ਤੇ ਉਹਨਾਂ ਨੂੰ ਆਫਰ ਲੈਟਰ ਦੇ ਤੌਰ ਤੇ ਮਤਲਬ ਪ੍ਰਪੋਜ਼ਲ ਭੇਜੀ ਜਾਂਦੀ ਹੈ। The object of section 62 is to prevent discrimination among shareholders
and prevent the director from offering shares to outsider before they are offered to the shareholder। ਜਿਹੜਾ ਸੈਕਸ਼ਨ 62 ਹੈ ਇਹ ਕੰਪਨੀ ਨੂੰ ਮਤਲਬ ਜਿਹੜੇ ਸ਼ੇਅਰ ਹੋਲਡਰਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਹੈ। ਉਹਨਾਂ ਨੂੰ ਪ੍ਰੋਟੈਕਟ ਕਰਦਾ ਹੈ ਕਿ ਕੰਪਨੀ ਅਗਰ ਕੋਈ ਸ਼ੇਅਰ ਲਾਂਚ ਕਰਦਾ ਇਸ਼ੂ ਕਰਦਾ ਹੋਰ ਤਾਂ ਇਹ ਨਾ ਹੋਵੇ ਵੀ ਉਹ ਜਿਹੜੇ ਆਲਰੇਡੀ ਸ਼ੇਅਰ ਹੋਲਡਰਸ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਸਕੇ ਤੇ ਆਊਟਸਾਈਡਰ ਨੂੰ ਜਿਹੜਾ ਉਹ ਨਾਲ ਜੋੜਿਆ ਜਾਵੇ। ਸੋ ਇਸ ਕਰਕੇ ਜਿਹੜੇ ਆਲਰੇਡੀ ਕ੍ਰੈਡਿਟਰਸ ਨੇ ਜਾਂ ਸ਼ੇਅਰ ਹੋਲਡਰਸ ਨੇ ਉਹਨਾਂ ਨੂੰ ਪਹਿਲ ਦੇ ਦੇਣ ਵਾਸਤੇ ਇਹ ਜਿਹੜਾ ਸੈਕਸ਼ਨ 62 ਹੈ ਉਹ ਐਡ ਕੀਤਾ ਗਿਆ। The right of shareholders to be offered new shares to them before they are offered to the public is known as shareholders right of preemption। And now notice to offer and contain right of renunciation। ਇਹਦੇ ਵਿੱਚ ਕੀ ਹੈ the offer to the existing shareholder must be made by notice specifying the number of shares offered and the time within which it should be accepted। ਉਸ time bound ਕਰਤਾ ਜੀ ਇੰਨਾ time ਹੈ ਅਗਰ ਤੁਸੀਂ share ਨੂੰ accept ਕਰਦੇ ਹੋ ਜਾਂ ਨਹੀਂ ਕਰਦੇ। ਤੇ such time should not be less than 15 days। ਇਹ ਨਹੀਂ ਹੈ ਕਿ ਅੱਜ ਸ਼ੇਅਰ ਇਸ਼ੂ ਹੈ ਤੇ ਸ਼ਾਮ ਨੂੰ ਕਹਿ ਦਿੰਦੇ ਜੇ ਤੁਸੀਂ ਜਵਾਬ ਨਾ ਦਿੱਤਾ ਤੁਹਾਨੂੰ ਸ਼ੇਅਰ ਨਹੀਂ ਮਿਲਣਾ। ਨੋ such time ਜਿਹੜਾ ਉਹ should be not less than 15 days and not exceeding 30 days। 30 ਦਿਨ ਤੋਂ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ। If the offer is not accepted within the prescribed period it shall be deemed to have been declined। ਜੇ acceptance ਨਹੀਂ ਮਿਲਦੀ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ he is not interested ਜਾਂ ਉਹ ਨਹੀਂ ਹੈ। फिर the notice shall also inform the shareholders that the offering may renounce the whole or part of the offer in favor of any other person unless the articles otherwise provide। section 62(1)(a) ਦੇ ਵਿੱਚ ਇਹਦੀ ਜਿਹੜੀ ਆਪਸ਼ਨ ਹੈ after the expiry of the time specified in the notice aforesaid 15 दिन ਤੋਂ ਬਾਅਦ or on receipt of earlier intimation from the person to whom such notice is given that he declines to accept the shares offered, the board of directors may dispose of such shares in such manner as they think most beneficial to the company। ਹੁਣ ਜੇ 15 ਦਿਨ ਦੇ ਤੱਕ ਵੀ ਕੋਈ ਰਿਸਪੌਂਸ ਨਹੀਂ ਆਇਆ ਜਾਂ ਜੈਸ ਕਰਕੇ ਉਸ ਤੋਂ ਬਾਅਦ ਰਿਸਪੌਂਸ ਨਹੀਂ ਆਇਆ ਸ਼ੇਅਰ ਹੋਲਡਰ ਵੱਲੋਂ ਤਾਂ ਜਿਹੜੇ ਡਾਇਰੈਕਟਰ ਹੈ ਉਹ ਮੰਨ ਲੈਂਦੇ ਨੇ ਕਿ ਉਹ ਇੰਟਰਸਟਡ ਨਹੀਂ ਹੈ ਤਾਂ ਉਹ ਆਪਣੇ ਪੱਧਰ ਤੇ ਕੋਈ ਵੀ ਫੈਸਲਾ ਲੈਣ ਦੇ ਲਈ ਮਤਲਬ ਇੰਡੀਪੈਂਡੈਂਟ ਹੋ। ਪਰ ਇਹ ਤਾਂ ਠੀਕ ਹੈ ਗੱਲ ਕਿ ਜਿਹੜੀ 62 ਦੇ ਵਿੱਚ ਉਹਨਾਂ ਨੂੰ ਪਹਿਲ ਦਿੱਤੀ ਗਈ ਸੀ ਪਰ ਇਹ ਕੁਝ ਐਕਸੈਪਸ਼ਨਸ ਨੇ। In some cases a company need not offer further issue of shares to existing shareholders। So what are the that specific cases ਤੇ ਕੀ ਕੇਸ ਨੇ ਉਹ ਕਿਹੜੀਆਂ ਕੰਡੀਸ਼ਨਸ ਨੇ ਜਿਹਦੇ ਵਿੱਚ ਕੰਪਨੀ ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਸ਼ੇਅਰ ਨਹੀਂ ਦੇਣਾ ਚਾਹੁੰਦੀ ਤਾਂ ਉਹਦੇ ਵਾਸਤੇ ਕੀ ਜਿਹੜੀਆਂ ਸੰਭਾਵਨਾਵਾਂ ਨੇ। where a special resolution is passed to that effect by the company in general meeting। ਅਗਰ ਕੰਪਨੀ ਜਨਰਲ ਮੀਟਿੰਗ ਦੇ ਵਿੱਚ ਫੈਸਲਾ ਕਰ ਲੇ ਕਿ ਐਗਜ਼ਿਸਟਿੰਗ ਸ਼ੇਅਰ ਹੋਲਡਰ ਨੂੰ ਸ਼ੇਅਰ ਦੇਣੇ ਹੀ ਨਹੀਂ ਤਾਂ ਉਹ ਉਸ ਤੇ ਜਿਹੜਾ ਉਹ ਇੰਪਲੀਮੈਂਟੇਸ਼ਨ ਉਹਦੀ ਕਰ ਸਕਦੀ ਹੈ। ਫਿਰ where no such special resolution is passed if the company at the general meeting passes ordinary resolution to that effect and the approval of the central government is obtained, the central government will accord its approval if it is satisfied on the application by the board of directors that the proposal is most beneficial to the company। ਕੰਪਨੀ ਗਵਰਨਮੈਂਟ ਨੂੰ ਲਿਖ ਕੇ ਭੇਜੇ ਸੈਂਟਰ ਨੂੰ ਕਿ ਜੀ ਜਿਹੜੇ ਸਾਡੇ ਪ੍ਰੈਜ਼ੈਂਟਲੀ ਸ਼ੇਅਰ ਹੋਲਡਰਸ ਨੇ ਉਹ ਕੈਪੇਬਲ ਨਹੀਂ ਹੈ ਜਾਂ ਫਾਈਨੈਂਸ਼ੀਅਲ ਕ੍ਰਾਈਸਿਸ ਨੇ ਜਾਂ ਉਹ ਨਵੀਂ ਇਨਵੈਸਟਮੈਂਟ ਨਹੀਂ ਕਰ ਸਕਦੇ ਤਾਂ ਸਾਨੂੰ ਜਿਹੜੇ ਹੈ ਉਹ ਨਵੇਂ ਸ਼ੇਅਰ ਹੋਲਡਰਸ ਨੂੰ ਆਪਣੇ ਸ਼ੇਅਰ ਦੇਣ ਦੀ ਜਿਹੜੀ ਪਰਮਿਸ਼ਨ ਦਿੱਤੀ ਜਾਵੇ। ਤੇ ਭਾਵੇਂ ਕੋਈ ਵੱਡਾ ਰੈਜ਼ੋਲੂਸ਼ਨ ਜਿਹੜਾ ਸਪੈਸ਼ਲ ਉਹ ਪਾਸ ਨਹੀਂ ਵੀ ਕੀਤਾ ਹੋਇਆ ਪਰ ਜੇ ਗਵਰਨਮੈਂਟ ਤੋਂ ਅਪਰੂਵਲ ਮਿਲ ਗਈ ਤਾਂ ਉਹ ਜਿਹੜੇ ਨੇ ਉਹ ਜਿਹੜਾ ਆਪਣਾ 62 ਹੈ ਸੈਕਸ਼ਨ ਉਹਨੂੰ ਇਗਨੋਰ ਕਰ ਸਕਦੇ।
And then if any shareholder to whom the shares are offered declines to accept the share or does not apply within the period of specified in the notice. ਇਹ ਆਪਾਂ ਗੱਲ ਕਰ ਹੀ ਸਿੱਖੇ ਵੀ ਜਿਵੇਂ ਕੋਈ ਸ਼ੇਅਰ ਹੋਲਡਰ ਨੇ ਟਾਈਮਲੀ ਰਿਸਪੌਂਸ ਹੀ ਨਹੀਂ ਕੀਤਾ ਉਹਨੂੰ ਨਹੀਂ ਵੀ ਦਿੱਤਾ ਜਾ ਸਕਦਾ ਸ਼ੇਅਰ A private company need not offer its further issue to existing shareholders ਜਿਹੜੀ ਪ੍ਰਾਈਵੇਟ ਕੰਪਨੀ ਆ ਉਹਨੂੰ ਜਿਹੜੀ ਹੈ ਇਸ ਦੀ ਕੋਈ ਜ਼ਰੂਰਤ ਨਹੀਂ ਹੈ फिर an allotment of shares on conversion of debentures or loans into shares or creditors subscribing for shares in terms of the loan arranged ਇਹ ਵੀ ਇਹਦੇ ਵਿੱਚ ਜਿਹੜਾ ਉਹ ਸੰਭਾਵਨਾ ਹੋ ਸਕਦੀ ਹੈ now we will discuss conversion of debentures or loan into shares so briefly you must aware about debenture and share the long term loan of a company are known as debentures ਲੰਬੇ ਸਮੇਂ ਦੇ ਲਈ ਜਿਹੜੇ ਲੋਨ ਜਿਹੜੇ ਨੇ ਉਹਨਾਂ ਨੂੰ ਡਿਬੈਂਚਰ ਕਿਹਾ ਜਾਂਦਾ it is a loan which should be repaid on a specified date एक मतलब specified date ਨੂੰ ਹੀ ਇਹਦੀ ਜਿਹੜੀ ਪੇਮੈਂਟ ਉਹ ਕੀਤੀ ਜਾਂਦੀ ਹੈ the rate of interest of the debenture is fixed the conversion of debenture into equity share means to change the loan liability into a capital liability loan liability ਨੂੰ capital liability ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ after the conversion of debentures into equity shares the debenture holders become shareholders ਜਿਹੜੇ ਬੰਦੇ ਨੇ ਪਹਿਲਾਂ ਕਰਜ਼ਾ ਦਿੱਤਾ ਹੋਇਆ ਸੀ ਉਹਨਾਂ ਨੂੰ ਕਰਜ਼ਾ ਨਹੀਂ ਮੋੜਿਆ ਜਾਏਗਾ ਬਲਕਿ ਉਹਨਾਂ ਨੂੰ ਉਸ ਅਮਾਉਂਟ ਦੇ ਬਰਾਬਰ ਕੰਪਨੀ ਦੇ ਵਿੱਚ ਸ਼ੇਅਰ ਹੋਲਡਰ ਜਿਹੜਾ ਬਣਾ ਦਿੱਤਾ 50 ਲੱਖ ਰੁਪਏ ਦੇਣਾ 50 ਲੱਖ ਦੇ ਹਿਸਾਬ ਨਾਲ ਕਿਸੇ ਕੰਪਨੀ ਵਿੱਚ ਜੋ ਪਰਸੈਂਟੇਜ ਬਣਦੇ ਨੇ ਇੰਨੇ ਸ਼ੇਅਰ ਦੇ ਨਾ ਮੈਂ ਤੈਨੂੰ ਕੁਝ ਦੇਣਾ ਨਾ ਮੈਨੂੰ ਜਿਹੜਾ ਟੋਟਲ ਪ੍ਰੋਫਿਟ ਆਏਗਾ ਦੈਟ ਵਿਲ ਪੇ ਟੂ ਯੂ ਜੇ ਲਾਸ ਆਏਗਾ ਦੈਟ ਯੂ ਹੈਵ ਟੂ ਫੇਸ then the shareholders will get the right to vote ਇਹ ਜਦੋਂ ਸ਼ੇਅਰ ਹੋਲਡਰ ਹੈ ਜਦੋਂ ਉਹ ਡਿਬੈਂਚਰ ਤੋਂ ਸ਼ੇਅਰ ਹੋਲਡਰ ਬਣ ਗਿਆ ਤਾਂ ਦਾ ਸ਼ੇਅਰ ਹੋਲਡਰ ਹੈ ਉਹਨੂੰ ਜਿਹੜਾ ਰਾਈਟ ਟੂ ਵੋਟ ਮਿਲ ਜਾਏਗਾ after conversion until liquidation occurs in the company the money invested by the shareholder will not be refunded ਜਦ ਤੱਕ ਕੰਪਨੀ ਜਿਹੜੀ ਹੈ ਉਹ ਸੇਲ ਨਹੀਂ ਹੁੰਦੀ ਜਾਂ ਵੇਚੀ ਨਹੀਂ ਜਾਂਦੀ ਉਦੋਂ ਤੱਕ ਪੈਸਾ ਵੀ ਉਹਨੂੰ ਜਿਹੜਾ ਵਾਪਸ ਨਹੀਂ ਦਿੱਤਾ ਜਾਏਗਾ ਸੋ ਹੁਣ ਅਸੀਂ ਗੱਲ ਕਰਦੇ ਹਾਂ conditions of conversion of debenture into equity share ਕਿਹੜੀਆਂ ਕੰਡੀਸ਼ਨਸ ਨੇ ਜਿਹਦੇ ਵਿੱਚ ਜਿਹੜਾ ਡਿਬੈਂਚਰ ਹੈ ਉਹਨੂੰ ਇਕੁਇਟੀ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ when company issues debentures company has to give the option of conversion debenture into equity shares ਤਾਂ ਜਦੋਂ ਕੰਪਨੀ ਇਹ ਸਟੈਪ ਲੈਣ ਜਾ ਰਹੀ ਹੈ ਕਿ ਡਿਬੈਂਚਰ ਨੂੰ ਸ਼ੇਅਰ ਵਿੱਚ ਕਨਵਰਟ ਕਰਨਾ ਹੈ ਤਾਂ ਉਹ ਕਹੇਗੀ ਫੋਰਸਫੁਲੀ ਨਹੀਂ ਕਰ ਸਕਦੀ ऑप्शन देगी अपने डिवेंचर होल्डर्स को कि if you are interested convert your debentures into equity shares and then holders should notify his intention to convert in the written form to company before repayment of debenture in cash now ਜਿਹੜਾ डिवेंचर ਦੇ ਹੋਲਡਰ ਹੈ ਉਹ अपनी रिटर्न ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਸਹਿਮਤੀ ਦੇਗਾ ਫਿਰ ਰੀਜ਼ਨਸ ਬਿਹਾਈਂਡ ਕਨਵਰਜਨ ਆਫ ਡਿਬੈਂਚਰਸ ਇਨਟੂ ਇਕੁਇਟੀ ਸ਼ੇਅਰ ਕੀ ਰੀਜ਼ਨ ਨੇ ਸਮਟਾਈਮ ਕੰਪਨੀ ਹੈਜ਼ ਨੋ ਮਨੀ ਇਨ ਦਾ ਪਾਕਟ ਟੂ ਪੇ ਦਾ ਡੈਟ ਉਹ ਡਿਬੈਂਚਰਸ ਨੇ ਪੈਸਾ ਇਨਵੈਸਟ ਕੀਤਾ ਹੋਇਆ ਸੀ ਉਹਨਾਂ ਨੂੰ ਵਿਆਜ ਦੇਣਾ ਪੈਣਾ ਸੀ ਤੇ ਉਹਨਾਂ ਦਾ ਕਰਜ਼ਾ ਸੀ ਪਰ ਜਦੋਂ ਕੰਪਨੀ ਲਾਸ ਦੇ ਵਿੱਚ ਜਾ ਰਹੀ ਹੈ ਤੇ ਉਹਦੇ ਕੋਲ ਪੇ ਕਰਨ ਨੂੰ ਆਪਣੇ ਸ਼ੇਅਰ ਡਿਬੈਂਚਰਸ ਦਾ ਵਿਆਜ ਜਾਂ ਫੁੱਲੀ ਪੇਮੈਂਟ ਕਰਨ ਦਾ ਟਾਈਮ ਨੇੜੇ ਆ ਗਿਆ ਪਰ ਉਹ ਪੇ ਕਰਨ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਤਾਂ ਉਸ ਸਮੇਂ ਦੇ ਵਿੱਚ ਕੰਪਨੀ ਜਿਹੜੀ ਹੈ ਇਹ ਫੀਲ ਕਰੇਗੀ ਵੀ ਕਿਉਂ ਨਾ ਇਹਨਾਂ ਡਿਬੈਂਚਰਸ ਨੂੰ ਜਿਹੜਾ ਇਕੁਇਟੀ ਸ਼ੇਅਰ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ if company has issued optionally convertible debentures
then company can easily get the acceptance from debenture holders for conversion their debt into shares without paying them cash for their loan and interest. ना ब्याज लोन वापस करना ना ब्याज देना. Now we will discuss convertible debentures. So these instruments can be converted into equity share of the company who issued them. The conversion can be done after a predetermined period. ਜਦੋਂ ਕਿ ਟਾਈਮ ਪਹਿਲਾਂ ਤੈਅ ਹੋ ਗਿਆ ਉਹਦੇ ਬਾਅਦ ਹੀ ਜਿਹੜਾ ਹੈ ਇਹ ਕੀਤਾ ਜਾ ਸਕਦਾ ਹੈ. These instruments are always favorable to the investor as they can at any time convert these convertible bonds into equity shares. The lower interest rates are also one of the reasons for their preference by the investor. ਕਈ ਵਾਰੀ ਇਨਵੈਸਟਰ ਨੂੰ ਲੱਗਦਾ ਹੈ ਕਿ ਜੀ ਬਹੁਤ ਇੰਟਰਸਟ ਰੇਟ ਘੱਟ ਸੀ ਵੈਂਚਰਸ ਦੇ ਵਿੱਚ ਗਰੋਥ ਨਹੀਂ ਮਿਲ ਰਹੀ ਸੀ ਤਾਂ ਉਹ ਜਦੋਂ ਸ਼ੇਅਰਸ ਇਕੁਇਟੀ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਤਾਂ ਉਹਨਾਂ ਨੂੰ ਉਮੀਦ ਰਹਿੰਦੀ ਹੈ ਵੀ ਮਾਰਕੀਟ ਦੇ ਅਪ ਜਾਣ ਨਾਲ ਉਹਨਾਂ ਦੇ ਜਿਹੜੇ ਪ੍ਰੋਫਿਟਸ ਜੋ ਇਨਕਰੀਜ਼ ਹੋ ਜਾਣਗੇ ਐਜ਼ ਕੰਪੇਅਰ ਟੂ ਦ ਲੋ ਇੰਟਰਸਟ paid on ventures. And then non-convertible ventures. These instruments always retain the character of debt and cannot be changed into equity shares. As they cannot be converted to equity shares, the interest rate of these instruments are usually higher than other convertible instruments. तो ਜਦੋਂ डिबेंचर होल्डर ਜਦੋਂ ਇਨਵੈਸਟ ਕਰਦਾ ਹੈ ਤਾਂ ਇਹ ਆਪਸ਼ਨ ਹੁੰਦੀ ਹੈ ਵੀ ਤੁਸੀਂ ਕਨਵਰਟੀਬਲ ਡਿਬੈਂਚਰ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕਿ ਨਾਨ ਕਨਵਰਟੀਬਲ ਵਿੱਚ. ਅਗਰ ਤੁਸੀਂ ਕਨਵਰਟੀਬਲ 'ਚ ਕਰਨਾ ਚਾਹੁੰਦੇ ਹੋ ਉੱਥੇ ਇੰਟਰਸਟ ਰੇਟ ਜਿਹੜੇ ਆ ਉਹ ਘੱਟ ਹੋ ਸਕਦੇ ਨੇ ਐਜ਼ ਕੰਪੇਅਰ ਟੂ ਨਾਨ ਕਨਵਰਟੀਬਲ ਡਿਬੈਂਚਰਸ. ਸੋ ਅੱਗੇ ਅਸੀਂ ਹੁਣ ਗੱਲ ਕਰਦੇ ਹਾਂ ਨੋਟਿਸ ਟੂ ਬੀ ਗਿਵਨ ਟੂ ਰਜਿਸਟਰਾਰ ਫॉर ਅਲਟਰੇਸ਼ਨ ਆਫ ਸ਼ੇਅਰ ਕੈਪੀਟਲ ਐਜ਼ ਪਰ ਸੈਕਸ਼ਨ 64 Company Act 2013. A company redeems any redeemable preference share. The company shall file a notice in the prescribed form with the registrar within a period of 30 days of such alteration or increase or redemption as the case may be, along with an altered memorandum. ਇਹ ਜਿਹੜਾ ਇੱਕ ਇਹ ਲਗਾ ਲਓ ਵੀ ਜਿਹੜਾ ਪ੍ਰੋਸੀਜਰ ਦਾ ਪਾਰਟ ਹੈ conversion ਦੇ ਵਿੱਚ. Next, where any company fails to comply with the provision of subsection 1, such company and every officer who is in default जो हो गया तो shall be liable to a penalty of 500 rupees for each day during which such default continues. अपनी गलती ਨੂੰ अगर जिन्ने दिन कंटिन्यू करनगे that will multiply by 500. And 1 lakh rupees in case of an officer who is in default. It depends on the default के गलती कितनी को बढ़ती है. So ये जेरे charges हैं वो increase हो जाते हैं 1 lakh rupees तक. And then we will talk about voting right. Every member of company limited by shares holding equity share capital has right to vote in company. Rights can be varied as per section 43A of the Company Act 2013. There are two kinds of shareholders in the company: equity shareholder and preference shareholder. ये दो तरह दे we have already discussed about it, equity shareholder and preference shareholder. So voting right of both are given in section 47. Every equity shareholder have right to participate in general meeting held by a company and vote on every resolution placed before the company as per section 47(1) of 8. And then voting right on a poll shall be proportional to their share in paid up equity share capital of company as per section same 47(1) of the company act. जो उन्होंने इन्वेस्टमेंट है इन्वेस्टमेंट के हिसाब नाल ही जिहड़ा ਉਹ ਪ੍ਰਪੋਰਸ਼ਨ ਵਧਾਉਂਦੇ ਨੇ ਸਪੋਜ਼ ਜਿਹਦੇ 100 ਸ਼ੇਅਰ ਨੇ ਉਹਦੀ ਇੱਕ ਵੋਟ ਹੈ ਜਿਹਦੇ 200 ਨੇ ਉਹਦੀ 2 ਜਿਹਦੇ 300 ਨੇ ਉਹਦੀ 3 ਇਸ ਤਰੀਕੇ ਨਾਲ ਕੁਝ ਵੀ ਪ੍ਰੋਸੀਜਰ ਹੋ ਸਕਦਾ
And preference shareholder rights section 48. Every member holding preference share capital of the company have right to vote only on the agenda or resolution placed before the company which directly affect the rights attached to their share. ਕਿਹੜੇ ਕਿਹੜੇ ਜਿਵੇਂ ਰੈਜ਼ੋਲੂਸ਼ਨ ਫॉर ਵਾਈਂਡਿੰਗ ਅਪ ਆਫ ਦਾ ਕੰਪਨੀ ਇਹਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਰਾਈਟ ਟੂ ਵੋਟ ਮਿਲ ਜਾਂਦਾ ਹੈ ਫਿਰ ਰੈਜ਼ੋਲੂਸ਼ਨ ਫॉर ਪੇਮੈਂਟ ਆਫ ਕੰਪਨੀ and then reduction of equity share capital and reduction of preference share capital. So these are the rights under preference shareholder rights. So now we will discuss issue of equity shares with voting rights. Issue of equity shares with differential right with dividend voting, otherwise as prescribed in Rule 4 of the companies. So the voting powers in respect of shares with differential rights of the company shall not exceed 74% of total voting power, including voting power in respect of equity share with differential rights issued at any point of time. If a member of the company has subscribed to the share of company which is unpaid, amount called but not paid paid by the member, then he shall not be entitled to any voting rights in respect of the amount paid up by him which has been called up. तो जो उन्हें पेमेंट करनी सी मैंबर बन के पेमेंट नहीं हुई, पेमेंट नहीं हुई तो वो जड़ा शेयर होल्डर वोटिंग राइट का हकदार वोटिंग राइट नहीं मिलेगा. And then no member of the company shall vote on such resolution in which he is considered as interested related. Definition of related party provided under section 276 है who is related and who is interested, but he is also not eligible. And a member entitled for more than one vote or his proxy can also vote wherever it is allowed in the meeting taken on a poll. His vote or cast in same way all the votes he issues as per section 106 of 3. And now we will discuss SEBI guidelines regarding rights issue of company. So first one is applicability. These guidelines apply to the rights issue made by existing listed companies. Therefore, a company whose debenture bonds are listed but not the equity will not be governed by those guidelines. Those guidelines are not applicable where the size of the issue is below rupees 50 lakh. And then withdrawal of a right issue. Right issue cannot be withdrawn after the announcement of the record date, and if done, then no security of the company shall be eligible for listing up to 12 months. And then underwriting. The underwriting of rights issue shall be optional, not compulsory. Appointment of registrar. Appointment of registrar to issue shall be compulsory. And appointment of merchant banker. Appointment of category 1 merchant banker holding a valid certificate of registration issued by SEBI shall be compulsory. And party set shares, partly paid shares, if any, must either be made fully, paid, or forfeited. Letter of offer. Letter of offer shall contain disclosure specified by SEBI. And then lead merchant banker.
Lead merchant banker shall ensure compliance of the requirement of SEBI guidelines with respect to the offer document related to the right issues, and file with SEBI a copy of offer document at least 20 days before filing of the same with the regional stock exchange. And then agreement with depository. The company shall enter into an agreement with the depository for dematerialization of securities already issued, proposed to the issued, or the subscriber or shareholder must be given an option of holding the shares in a dematerialized mode or by way of share certificate. Closure of right issue. The right issue must be kept open for minimum period of 30 days. It cannot remain open for more than 60 days. Minimum subscription. SEBI requires the some clauses in respect of minimum subscription to be stated in letter of offer, and where the company does not receive the minimum subscription of 90% of the issue, the entire subscription will be refunded to the applicant within 42 days from the date of closure of the issue. If there is delay in the refund of the application money by more than 8 days after the company becomes liable to pay the amount, that is 42 days after closure of the issue, the company will pay interest for the delay period at the rate of 15% per annum as prescribed in subsection 2 or 2A of section 73 of the Companies Act 1956. No reservation rights issue. No reservation shall be allowed in right issue. Promoters contribution and lock-in period. The requirement of promoters contribution shall not be applicable in case of right issue. And rights of FCD PCD holder. No company shall pending conversion of fully convertible debenture, partly convertible debenture issue any shares by way right unless similar benefit is extended to the holder. The benefit shall be extended by making a reservation of shares in proportion to the convertible part of FCD and PCD. The shares so reserved may be issued at the time of conversion of such debentures on the same terms on which the rights issue was made. And then restrictions. Uh, and the restrictions of further capital issues. No company shall make any further issue of capital in any manner, whether by way of issue or otherwise during the period commencing from the submission of other document to SEBI on behalf of the company for rights issue till the securities referred to in the said offer document have been listed or application money refunded on account of non-listing or under subscription interest. And some more like oversubscription not to be retained, issue to be made fully paid up, offer document to be made public, so and no complaint certificate. So these were some points related to voting, and hope all of you understand this topic. So till next meeting, thank you and take care.